ਬਲਹਾਰੀ ਗੁਰ ਆਪਣੇ ਦੋਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ। ਰੀਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ। ਭਾਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈਐ। ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ। ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਸਹਿਜ ਰੰਗ ਰਚ ਰਹਿਆ ਅਹਨਸ ਬਨੀ ਪ੍ਰੇਮ ਲਿਵ ਲਾਗੀ। ਸ਼ਬਦ ਅਨਾਹਦ ਗਹਿਆ ਰਹਾਉ ਪੂਰਾ ਸਾਚ ਪਿਆਲਾ ਸਹਿਜੇ। ਤਿਸਹੇ ਪਿਆਏ ਜਾਂ ਕੋ ਨਦਰ ਕਰੇ। ਅੰਮ੍ਰਿਤ ਕਾ ਵਪਾਰੀ ਹੋਵੈ ਕਿਆ ਮਦ ਛੂਛੈ ਭਾਉ ਧਰੇ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁੰਠੈ ਕਰੈ ਕਿਆ। ਸਿਵਤੀ ਰਤਾ ਸਦ ਬੈਰਾਗੀ ਜੂਐ ਜਨਮ ਨਾ ਹਾਰੈ। ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਬਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ
ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 360 ਅੰਗ ਤੇ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਭਰਥਰੀ ਦੇ ਨਾਲ ਵਿਚਾਰ ਚੱਲ ਰਹੀ ਹੈ ਕਿ ਪਿੱਛੇ ਵੀ ਭਰਥਰੀ ਦੇ ਪ੍ਰਥਾਏ ਸ਼ਬਦ ਆਇਆ ਸੀ। ਭਰਥਰੀ ਜਦੋਂ ਕੁਟੀਆ ਦੇ ਵਿੱਚ ਰਹਿੰਦਾ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮੇਲ ਹੋਇਆ ਸੀ। ਜਦੋਂ ਉੱਥੇ ਉਪਦੇਸ਼ ਦੇਣਾ ਕੀਤਾ ਸੀ, ਅਗਲੇ ਸ਼ਬਦ ਦੇ ਵਿੱਚ ਵੀ ਇਹ ਉਪਰੋਕਤ ਸ਼ਬਦ ਸੁਣ ਕੇ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਿਛਲਾ ਸ਼ਬਦ ਰਾਹੀਂ ਉਪਦੇਸ਼ ਦਿੱਤਾ ਹੈ ਭਰਥਰੀ ਨੂੰ, ਇਹ ਭਰਥਰੀ ਨਾਥ ਨੇ ਸ਼ਬਦ ਸੁਣ ਕੇ ਕਿਹਾ ਕਿ ਮਹਾਰਾਜ ਤੁਸੀਂ ਸਹਿਜ ਯੋਗ ਬਾਰੇ ਤਾਂ ਠੀਕ ਸਮਝਾ ਦਿੱਤਾ ਹੈ ਕਿ ਸਹਿਜ ਯੋਗ ਧਾਰਨ ਕਰੋ, ਇਹ ਸਮਝਾ ਦਿੱਤਾ ਹੈ। ਭਰਥਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਇਉਂ ਕਹਿ ਕੇ ਇੱਕ ਸ਼ਰਾਬ ਦਾ ਪਿਆਲਾ ਲਿਆ ਕੇ ਸਤਿਗੁਰਾਂ ਦੇ ਕੋਲ ਰੱਖ ਦਿੱਤਾ ਭਰਥਰੀ ਜੋਗੀ ਨੇ। ਤੇ ਸ਼ਰਾਬ ਦਾ ਪਿਆਲਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਰੱਖ ਦਿੱਤਾ ਤੇ ਸ਼ਰਾਬ ਪੀਣ ਲਈ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਤਾਂ ਸਤਿਗੁਰਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਭਰਥਰੀ ਜੋਗੀ ਇਹ ਨਿਖਿੱਧ ਵਸਤੂ ਧਰਮੀ ਪੁਰਸ਼ਾਂ ਦੇ ਪੀਣ ਵਾਲੀ ਨਹੀਂ ਹੈ। ਜਿਹੜੀ ਤੁਸੀਂ ਇਹ ਸ਼ਰਾਬ ਪੀਂਦੇ ਹੋ, ਕਹਿੰਦੇ ਹੋ ਮਸਤੀ ਆ ਜਾਂਦੀ ਹੈ, ਕਿ ਇਹ ਨਿਖਿੱਧ ਵਸਤੂ ਹੈ ਜਿਹੜੀ ਇਹ ਧਰਮੀ ਪੁਰਸ਼ਾਂ ਦੇ ਪੀਣ ਵਾਲੀ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਅਸੀਂ ਤਾਂ ਗਿਆਨ ਦੀ ਸ਼ਰਾਬ ਪੀਂਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਭਰਥਰੀ ਨੂੰ ਕਹਿਣ ਲੱਗੇ ਤੁਸੀਂ ਇਹ ਸ਼ਰਾਬ ਜਿਹੜੀ ਨਿਖਿੱਧ ਵਸਤੂ ਹੈ ਇਹ ਪੀਂਦੇ ਹੋ, ਅਸੀਂ ਤਾਂ ਗਿਆਨ ਦੀ ਸ਼ਰਾਬ ਪੀਂਦੇ ਤੇ ਪਿਆਉਂਦੇ ਹਾਂ। ਭਰਥਰੀ ਕਹਿੰਦਾ ਮਹਾਰਾਜ ਜੀ ਗਿਆਨ ਦੀ ਸ਼ਰਾਬ ਕਿਵੇਂ ਕੱਢੀ ਜਾਂਦੀ ਹੈ? ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਰਥਰੀ ਜੋਗੀ ਦੇ ਪ੍ਰਥਾਏ ਇਹ ਦੂਸਰਾ ਸ਼ਬਦ ਆਸਾ ਰਾਗ ਦੇ ਵਿੱਚ ਉਚਾਰਨ ਕਰਦੇ ਹਨ, ਜਿਸ ਵਿੱਚ ਸ਼ਰਾਬ ਦਾ ਅਲੰਕਾਰ ਬਾਹਰ ਦੇ ਨਸ਼ੇ ਤੋਂ ਵਿਵਰਜਿਤ ਕਰਕੇ ਅੰਤਰੀਵ ਭਾਵ ਵਿੱਚ ਨਾਮ ਗਿਆਨ ਦੀ ਮਸਤੀ ਵਾਲੀ ਅਸਲੀ ਨਸ਼ਾ ਵਰਤਨ ਕਰਦੇ ਹਨ ਕਿ ਜਿਹੜਾ ਗਿਆਨ ਦਾ ਨਸ਼ਾ ਹੈ ਕਿ ਉਹ ਗਿਆਨ ਦੇ ਨਸ਼ੇ ਦੇ ਰਾਹੀਂ ਜੋ ਸ਼ਰਾਬ ਬਣਦੀ ਹੈ, ਭਾਵ ਜੋ ਨਾਮ ਹੈ, ਨਾਮ ਗਿਆਨ ਦੀ ਮਸਤੀ ਵਾਲੀ ਜਿਹੜੀ ਅਸਲੀ ਸ਼ਰਾਬ ਨਸ਼ਾ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਣਨ ਕਰਦੇ ਹਨ। ਕਹਿਣ ਲੱਗੇ ਗੁੜ ਕਰ ਗਿਆਨ ਧਿਆਨ ਕਰ ਧਾਵੈ। ਹੇ ਜੋਗੀ ਭਰਥਰੀ, ਗੁਰੂ ਸਾਹਿਬ ਜੀ ਦਾ ਗਿਆਨ ਬੋਧ ਰੂਪੀ ਗੁੜ ਪਾਉਣਾ ਕਰੀਏ। ਗੁੜ ਕਰ ਗਿਆਨ ਕਿ ਹੇ ਜੋਗੀ ਭਰਥਰੀ ਜੀ, ਗੁਰੂ ਸਾਹਿਬ ਜੀ ਦਾ ਗਿਆਨ ਹੈ ਜੋ ਉਹ ਬੋਧ ਰੂਪੀ ਗੁੜ ਪਾਉਣਾ ਕਰੀਏ ਤੇ ਪਰਮੇਸ਼ਰ ਦਾ ਧਿਆਨ ਕਰ ਧਾਵੈ। ਧਿਆਨ ਚਿੰਤਨ ਰੂਪੀ ਧਾਵੈ ਮਹੁਆ ਹੁੰਦਾ ਜਿਹੜਾ ਉਹ ਕਿ ਉਹ ਪਾਉਣਾ ਕਰੀਏ। ਜੋ ਮਹੁਆ ਹੁੰਦਾ ਹੈ ਇਸ ਦੇ ਫੁੱਲਾਂ ਦਾ ਰਾਸ ਨਸ਼ੀਲਾ ਹੁੰਦਾ ਹੈ, ਨਸ਼ੇ ਵਾਲਾ ਹੁੰਦਾ ਹੈ। ਜੋ ਸ਼ਰਾਬ ਦਾ ਪ੍ਰਸਿੱਧ ਮਸਾਲਾ ਹੈ ਇਹ ਮਹੁਆ, ਮਹੁਗੇ ਦੇ ਫੁੱਲ ਸ਼ਰਾਬ ਕੱਢਣ ਵੇਲੇ ਸ਼ਰਾਬ ਕੱਢਣ ਵਾਲੇ ਪਾਉਂਦੇ ਹਨ। ਮਹਾਰਾਜ ਜੀ ਕਹਿਣ ਲੱਗੇ ਕਿ ਧਿਆਨ ਕਰ ਧਾਵੈ, ਕਿ ਪਰਮੇਸ਼ਰ ਦਾ ਧਿਆਨ ਚਿੰਤਨ ਰੂਪੀ ਮਹੁਏ ਦੇ ਫੁੱਲ ਪਾਈਂਦੇ ਹਨ। ਇਸੇ ਤਰ੍ਹਾਂ ਚਿੰਤਨ ਰੂਪੀ ਮਹੁਆ ਪਾਉਣਾ ਕਰੀਏ, ਜੋ ਭਗਤੀ ਰੂਪੀ ਕਮਾਈ ਕਰਨੀ ਹੈ। ਕਰ ਕਰਨੀ ਕਸ ਪਾਈ ਹੈ ਕਿ ਕਰ ਕਰਨੀ ਕਮਾਈ ਕਰਨੀ ਹੈ ਜਿਹੜੀ ਇਹ ਕਸ ਇਹ ਕਸੀਦਨ ਪਾਉਣਾ ਕਰੀਏ। ਜੋ
ਕਿੱਕਰ ਆਦਿਕ ਛਿਲਕਾਂ ਬਿਰਛਾਂ ਦੇ ਛਿਲਕ ਜੋ ਖਿੱਚ ਕੇ ਲਾਹੀਂਦੇ ਹਨ, ਇਹ ਪੌਣਾ ਕਰੀਂਦੇ ਹਨ। ਇਸੇ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ ਕਿ ਜੋ ਭਗਤੀ ਰੂਪੀ ਕਮਾਈ ਕਰਨੀ ਹੈ, ਇਹ ਕਾਸ ਕਸੀਦਣ ਪਾਉਣਾ ਕਰੀਏ। ਭਾਠੀ ਭਾਵਨ ਪਨੇਮ ਕਾਜ ਪੋਚਾ, ਇਤਰਸ ਅਮਿਓ ਚੁਆਈਐ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਰੇ ਭਾਵਨ ਸਾਰੇ ਜਗਤ ਨੂੰ ਨਾਸਵੰਤ ਜਾਣਨ ਰੂਪੀ ਭੱਠੀ ਕਰਕੇ ਜੋ ਸਾਰੇ ਜੀਵਾਂ ਵਿੱਚ ਪਰਮੇਸ਼ਰ ਦੀ ਜੋਤ ਆਈ ਹੋਈ ਜਾਣੀ ਹੈ, ਇਹ ਪ੍ਰੇਮ, ਇਹ ਪਿਆਰ ਦਾ ਪੋਚਾ, ਪਿਆਰ ਦਾ ਲੇਪਨ ਕੀਤਾ ਹੋਇਆ ਹੈ। ਭਾਠੀ ਭਵਨ ਪ੍ਰੇਮ ਕਾ ਪੋਚਾ, ਕਿ ਸਾਰੇ ਜਗਤ ਨੂੰ ਨਾਸਵੰਤ ਜਾਣਨ ਰੂਪੀ ਭੱਠੀ ਕਰਕੇ ਜੋ ਸਾਰੇ ਜੀਵਾਂ ਵਿੱਚ ਪਰਮੇਸ਼ਰ ਦੀ ਜੋਤ ਆਈ ਹੋਈ ਜਾਣੀ ਹੈ, ਇਹ ਪਿਆਰ ਦਾ ਪੋਚਾ, ਪਿਆਰ ਦਾ ਲੇਪਨ ਕੀਤਾ ਹੋਇਆ ਹੈ। ਇਤ ਰਸ ਅਮਿਓ ਚੁਆਈਐ, ਕਿ ਇਤ ਰਸ ਇਸ ਤਰੀਕੇ ਨਾਲ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਨੂੰ ਚੋ ਆਉਂਦਾ ਹੈ। ਬਾਬਾ ਮਨ ਮਤ ਵਾਰੋ, ਨਾਮ ਰਸ ਪੀਵੈ। ਗੁਰੂ ਨਾਨਕ ਦੇਵ ਮਹਾਰਾਜ ਜੀ ਭਰਥਰੀ ਦੀ ਵੱਡੀ ਉਮਰ ਹੋਣ ਕਰਕੇ ਕਹਿਣ ਲੱਗੇ, ਹੇ ਬਾਬਾ ਬਜ਼ੁਰਗ ਭਰਥਰੀ ਨਾਥ, ਇਹ ਅੰਮ੍ਰਿਤ ਨਾਮ ਰਸ ਨੂੰ ਪੀਂਦਾ ਮਨ, ਪੀਂਦਾ ਹਿਰਦਾ, ਆਤਮ ਵਿਛੈਣੀ ਮਤਵਾਰੋ, ਮਤ ਵਾਲਾ ਹੋ ਜਾਂਦਾ ਹੈ। ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ। ਕਹਿਣ ਲੱਗੇ, ਹੇ ਭਰਥਰੀ ਜੋਗੀ ਨਾਥ ਜੀ, ਫਿਰ ਅੰਮ੍ਰਿਤ ਨਾਮ ਰਸ ਨੂੰ ਪੀਂਦਾ ਪੀਂਦਾ ਮਨ ਹਿਰਦਾ ਆਤਮ ਵਿਛੈਣੀ ਮਤ ਵਾਲਾ ਹੋ ਜਾਂਦਾ ਹੈ ਅਤੇ ਸਹਿਜ ਰੰਗ ਰਚ ਰਹਿਆ, ਅਤੇ ਹਰ ਸਮੇਂ ਸਹਿਜ ਸੁਭਾਵਕ ਹੀ ਰੰਗ ਆਨੰਦ ਸਰੂਪ ਵਿੱਚ ਰਚਿਆ ਰਹਿੰਦਾ ਹੈ। ਫਿਰ ਭਰਥਰੀ ਜੋਗੀ ਕਹਿਣ ਲੱਗਿਆ, ਹੇ ਮਹਾਰਾਜ, ਜੇਕਰ ਅਸੀਂ ਹਰੇ ਜਾਂ ਸੰਧੂਰੀ ਆਦ ਰੰਗ ਦੀ ਸ਼ਰਾਬ ਕੱਢਣੀ ਹੋਵੇ ਤਾਂ ਉਸ ਵਿੱਚ ਰੰਗ ਦੀ ਪੋਟੜੀ ਸੁੱਟ ਦਿੰਦੇ ਹਾਂ, ਜਿਸ ਦੇ ਨਾਲ ਸ਼ਰਾਬ ਕੱਢਣ ਵੇਲੇ ਰੰਗ ਬਦਲ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਤੁਸੀਂ ਕਿਹੜੀ ਪੋਟਲੀ ਸੁੱਟਦੇ ਹੋ? ਮਹਾਰਾਜ ਜੀ ਕਹਿਣ ਲੱਗੇ, ਅਹਨਿਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ ਰਹਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਜੋਗੀ ਭਰਥਰੀ, ਜੋ ਅਹਨਿਸ ਦਿਨ ਰਾਤ ਪ੍ਰੇਮ ਪਿਆਰ ਦੇ ਸਹਿਤ ਵਾਹਿਗੁਰੂ ਵਿੱਚ ਬਿਰਤੀ ਲੱਗੀ ਹੋਈ ਹੈ, ਇਹੋ ਹੀ ਸਾਨੂੰ ਬੰਨੀ ਚੜੀ ਹੋਈ ਹੈ, ਇਹੀ ਰੰਗਤ ਚੜੀ ਹੋਈ ਹੈ। ਭਾਵ ਰੰਗ ਦੀ ਸੰਧੂਰੀ ਪੋਟਲੀ ਪਾਈ ਹੋਈ ਹੈ, ਜੋ ਸ਼ਬਦ ਅਨਾਹਦ ਗਹਿਆ, ਜੋ ਸ਼ਬਦ ਬ੍ਰਹਮ ਦਾ ਗਹਿਆ ਗ੍ਰਹਿਣ ਕਰਨਾ ਹੈ, ਇਹੋ ਹੀ ਸਾਡਾ ਅਨਾਹਦ ਹੱਦ ਤੋਂ ਰਹਿਤ ਸ਼ਬਦ ਵੱਜਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਉਚਾਰਨ ਕਰਦੇ ਹਨ, ਪੂਰਾ ਸਾਚ ਪਿਆਲਾ ਸਹਿਜੇ, ਤਿਸਹੇ ਪਿਆਏ ਜਾਂ ਕੋ ਨਦਰ ਕਰੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਰਥਰੀ ਜੋਗੀ, ਜਾਂ ਕੋ ਨਦਰ ਕਰੇ, ਜਿਨ੍ਹਾਂ ਤਾਈਂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਨਦਰ ਕਰਦਾ ਹੈ। ਤਿਸਹੇ ਪਿਆਏ, ਤਿਸਹੇ ਤਿੰਨਾਂ ਤਾਈਂ ਹੀ ਪੂਰਨ ਸੱਚਾ ਬ੍ਰਹਮਾਨੰਦ ਰੂਪੀ ਸ਼ਰਾਬ ਦਾ ਪਿਆਲਾ, ਸ਼ਰਾਬ ਦਾ ਕਟੋਰਾ ਸੁਭਾਵਕ ਹੀ ਪਿਲਾਉਣਾ ਕਰਦਾ ਹੈ। ਪੂਰਾ ਸਾਚ ਪਿਆਲਾ ਸਹਿਜੇ, ਤਿਸਹੇ ਪਿਆਏ ਜਾਂ ਕੋ ਨਦਰ ਕਰੇ। ਮਹਾਰਾਜ ਜੀ ਕਹਿਣ ਲੱਗੇ, ਹੇ ਭਰਥਰੀ ਜੋਗੀ, ਜਿਨ੍ਹਾਂ ਤਾਈਂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹਨਾਂ ਤਾਈਂ ਹੀ ਪੂਰਨ ਸੱਚਾ ਬ੍ਰਹਮਾਨੰਦ ਰੂਪੀ ਪਿਆਲਾ ਕਟੋਰਾ ਸੁਭਾਵਕ ਹੀ ਪਿਲਾਉਣਾ ਕਰਦਾ ਹੈ। ਅੰਮ੍ਰਿਤ ਕਾ ਵਪਾਰੀ ਹੋਵੈ, ਕਿਆ ਮਦ ਛੂਛੈ ਭਾਉ ਧਰੇ। ਕਹਿਣ ਲੱਗੇ, ਹੇ ਭਰਥਰੀ ਜੋਗੀ, ਜੇ ਅੰਮ੍ਰਿਤ ਕਾ ਵਪਾਰੀ ਹੋਵੈ,
ਜਿਹੜਾ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੇ ਨਾਮ ਰਸ ਬ੍ਰਹਮਾ ਰਸ ਦਾ ਵਪਾਰੀ ਵਣਜ ਕਰਨ ਵਾਲਾ ਹੋ ਜਾਵੇ, ਭਾਵ ਬਣ ਜਾਵੇ। ਕਿਆ ਮਦ ਛੂਛੈ ਭਾਉ ਧਰੇ, ਕਿ ਉਹ ਤੁਹਾਡੀ ਛੂਛੈ ਤੁਸ। ਘਟੀਆ ਸ਼ਰਾਬ ਵਿੱਚ ਕੀ ਪ੍ਰੇਮ ਧਾਰਨ ਕਰੇਗਾ, ਭਾਵ ਨਾਮ ਦਾ ਵਪਾਰੀ ਨਿਖਿੱਧ ਵਸਤੂਆਂ ਵਿੱਚ ਪ੍ਰੇਮ ਨਹੀਂ ਰੱਖਦਾ। ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ, ਕਿ ਉਹ ਤਾਂ ਫਿਰ ਨਾਮ ਦੇ ਵਪਾਰੀ ਨਾਮ ਦਾ ਨਸ਼ਾ ਹੀ ਕਰਦੇ ਹਨ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਛੂਛੈ ਭਾਉ ਧਰੇ, ਕਿ ਹੇ ਭਰਤਰੀ ਜੋਗੀ ਜਿਹੜਾ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ ਨਾਮ ਰਸ ਬ੍ਰਹਮਾ ਰਸ ਦਾ ਵਪਾਰੀ ਵਣਜ ਕਰਨ ਵਾਲਾ ਹੋ ਜਾਵੇ, ਭਾਵ ਬਣ ਜਾਵੇ। ਮਦ ਛੂਛੈ ਭਾਉ ਧਰੇ, ਉਹ ਤੁਹਾਡੀ ਛੂਛੈ ਤੁਸ। ਘਟੀਆ ਸ਼ਰਾਬ ਵਿੱਚ ਕੀ ਪ੍ਰੇਮ ਧਾਰਨ ਕਰੇਗਾ, ਭਾਵ ਨਾਮ ਦਾ ਵਪਾਰੀ ਨਿਖਿੱਧ ਵਸਤੂਆਂ ਵਿੱਚ ਪ੍ਰੇਮ ਨਹੀਂ ਕਰਦਾ। ਉਹ ਤਾਂ ਫਿਰ ਨਾਮ ਦੇ ਵਿੱਚ ਹੀ ਪ੍ਰੇਮ ਕਰਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਉਹਨਾਂ ਨੇ ਹੀ ਨਾਮ ਦੇ ਵਪਾਰੀਆਂ ਨੇ ਹੀ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਣ ਭਇਆ। ਜਿਨ੍ਹਾਂ ਨੂੰ ਗੁਰ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੀ ਬਾਣੀ ਦੀ ਸਾਖੀ ਸਿੱਖਿਆ ਪ੍ਰਾਪਤ ਹੋਈ ਹੈ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਜਿਨ੍ਹਾਂ ਨੂੰ ਸਤਿਗੁਰਾਂ ਦੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੀ ਬਾਣੀ ਦੀ ਸਿੱਖਿਆ ਪ੍ਰਾਪਤ ਹੋਈ ਹੈ। ਪੀਵਤ ਹੀ ਪਰਵਾਣ ਭਇਆ, ਉਹ ਅੰਮ੍ਰਿਤ ਨਾਮ ਰਸ ਨੂੰ ਪੀਵਤ ਪੀਂਦੇ ਸਾਰ ਹੀ ਪ੍ਰਵਾਨ ਸਫਲੇ ਹੋ ਗਏ ਹਨ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਹੇ ਜੋਗੀ ਜਿਹੜਾ ਹਿਰਦੇ ਰੂਪੀ ਦਰ ਦੁਆਰੇ ਵਿੱਚ ਜਾਂ ਸੰਸਾਰ ਦੇ ਅੰਦਰ ਜਾਂ ਸਾਧ ਸੰਗਤ ਰੂਪੀ ਦਰ ਅੰਦਰ ਪਰਮੇਸ਼ਰ ਦੇ ਦਰਸ਼ਨ ਦੀਦਾਰਿਆਂ ਦਾ ਪ੍ਰੀਤਮ ਪਿਆਰਾ ਹੋ ਜਾਵੇ। ਮੁਕਤ ਬੈਕੁੰਠੈ ਕਰੈ ਕਿਆ, ਉਸ ਨੇ ਮੁਕਤੀਆਂ ਤੇ ਬੈਕੁੰਠ ਸਵਰਗ ਲੋਕ ਆਦਿਕ ਜਾਂ ਬੈਕੁੰਠ ਦੀਆਂ ਮੁਕਤੀਆਂ ਨੂੰ ਕੀ ਕਰਨਾ ਹੈ, ਭਾਵ ਉਸ ਨੂੰ ਇਹਨਾਂ ਮੁਕਤੀਆਂ ਆਦਿਕ ਦੀ ਕੋਈ ਲੋੜ ਨਹੀਂ ਜਿਹੜੀਆਂ ਮੁਕਤੀਆਂ ਵਾਸਤੇ ਤੁਸੀਂ ਯੋਗ ਧਾਰਨ ਕਰਦੇ ਹੋ। ਕਈ ਬੈਕੁੰਠ ਨਾਹੀ ਲਵੈ ਲਾਗੇ, ਮੁਕਤ ਬੱਪੜੀ ਭੀ ਗਿਆਨੀ ਤਿਆਗੇ, ਕਿ ਗਿਆਨਵਾਨਾਂ ਨੇ ਮੁਕਤੀ ਨੂੰ ਵੀ ਤਿਆਗ ਦਿੱਤਾ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਸਿਫਤੀ ਰੱਤਾ ਸਦ ਬੈਰਾਗੀ, ਜੂਐ ਜਨਮ ਨਾ ਹਾਰੈ। ਸਿਫਤੀ ਰੱਤਾ ਸਦ ਬੈਰਾਗੀ, ਜਿਹੜਾ ਪਰਮੇਸ਼ਰ ਦੀ ਸਿਫਤ ਕਰਨ ਵਿੱਚ ਰੱਤਾ ਰੰਗਿਆ ਹੋਇਆ ਹੈ, ਹਮੇਸ਼ਾ ਹੀ ਸੰਸਾਰ ਵੱਲੋਂ ਬੈਰਾਗੀ ਉਪਰਾਮ ਰਹਿੰਦਾ ਹੈ। ਉਹ ਫਿਰ ਜੂਐ ਜਨਮ ਨਾ ਹਾਰੈ, ਉਹ ਵਿਸ਼ਿਆਂ ਰੂਪੀ ਜੂਏ ਵਿੱਚ ਆਪਣੇ ਮਨੁੱਖਾ ਜਨਮ ਨੂੰ ਨਹੀਂ ਹਾਰਦਾ। ਸਿਫਤੀ ਰੱਤਾ ਸਦ ਬੈਰਾਗੀ, ਜੂਐ ਜਨਮ ਨਾ ਹਾਰੈ, ਜਿਹੜਾ ਪਰਮੇਸ਼ਰ ਦੀ ਸਿਫਤ ਕਰਨ ਵਿੱਚ ਰੰਗਿਆ ਹੋਇਆ ਹੈ, ਹਮੇਸ਼ਾ ਹੀ ਸੰਸਾਰ ਵੱਲੋਂ ਬੈਰਾਗੀ ਰਹਿੰਦਾ ਹੈ, ਉਪਰਾਮ ਰਹਿੰਦਾ ਹੈ। ਜੂਐ ਜਨਮ ਨਾ ਹਾਰੈ, ਉਹ ਵਿਸ਼ਿਆਂ ਰੂਪੀ ਜੂਏ ਵਿੱਚ ਆਪਣੇ ਮਨੁੱਖਾ ਜਨਮ ਨੂੰ ਨਹੀਂ ਹਾਰਦਾ। ਕਹੋ ਨਾਨਕ ਸੁਣ ਭਰਥਰ ਜੋਗੀ, ਖੀਮਾ ਅੰਮ੍ਰਿਤ ਧਾਰੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਭਰਥਰੀ ਜੋਗੀ ਜੀ ਸੁਣਨਾ ਕਰ, ਹਿਰਦੇ ਰੂਪੀ ਥਾਲ ਥਾਂ ਨੂੰ ਨਾਮ ਦੁਆਰਾ ਭਰਨਾ ਕਰ। ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਰਥਰੀ ਜੋਗੀ ਸੁਣਨਾ ਕਰ, ਹਿਰਦੇ ਰੂਪੀ ਥਾਂ ਨੂੰ ਨਾਮ ਦੁਆਰਾ ਭਰਨਾ ਕਰ। ਇਸ ਪ੍ਰਕਾਰ ਜੋ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੇ ਬ੍ਰਹਮਾਨੰਦ ਨੂੰ ਧਾਰਨਾ ਹੈ, ਭਾਵ ਬ੍ਰਹਮਾਕਾਰ ਬਿਰਤੀ ਹੋਣੀ ਹੈ। ਇਸ ਵਿੱਚ ਹੀ ਖੀਵਾ ਕਿਹਾ ਮਸਤ ਨੂੰ,
ਕਿ ਇਸ ਵਿੱਚ ਹੀ ਮਸਤ ਹੋਣਾ ਕਰੀਏ। ਅਜਿਹੀ ਅਸੀਂ ਬ੍ਰਹਮਾਨੰਦ ਰੂਪੀ ਸ਼ਰਾਬ ਪੀਂਦੇ ਹਾਂ। ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਪੈ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦ ਨ ਆਇਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ। ਤਾਂ ਮਨ ਰੋਸ ਨ ਹੋਈ ਰਹਾਉ, ਸਕਤਾ ਛਿਹੋ ਮਾਰੇ ਪੈ ਬੱਗੈ। ਖਸਮੈ ਸਾ ਪੁਰਸਾਈ, ਰਤਨ ਬਿਗਾੜ ਬਿਗੋਏ ਕੁੱਤੀ। ਮੋਇਆ ਸਾਰ ਨਾ ਕਾਈ, ਆਪੇ ਜੋੜ ਵਿਛੋੜੇ ਆਪੇ। ਵੇਖ ਤੇਰੀ ਵਡਿਆਈ, ਜੇ ਕੋ ਨਾਉ ਧਰਾਏ ਵੱਡਾ। ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੈ। ਜੇਤੇ ਚੁਗੈ ਦਾਣੇ, ਮਰ ਮਰ ਜੀਵੈ ਤਾਂ ਕਿਸ ਪਾਏ। ਨਾਨਕ ਨਾਮ ਸਮਾਣੇ, ਮਰ ਮਰ ਜੀਵੈ ਤਾਂ ਕਿਸ ਪਾਏ। ਨਾਨਕ ਨਾਮ ਸਮਾਣੇ। ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੇ ਪਾਤਸ਼ਾਹ ਜੀ ਆਸਾ ਰਾਗ ਦੇ ਅੰਦਰ ਗੁਰਬਾਣੀ ਦੁਆਰਾ ਸਮਝਾ ਰਹੇ ਹਨ ਕਿ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਏਮਨਾਬਾਦ ਵਿੱਚ ਗਏ ਸਨ, ਉੱਥੇ ਸ਼ਹਿਰ ਤੋਂ ਬਾਹਰ ਬੈਠ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ। ਜਿਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਏਮਨਾਬਾਦ ਵਿੱਚ ਗਏ ਸਨ, ਉੱਥੇ ਜਾ ਕੇ ਸ਼ਹਿਰ ਤੋਂ ਬਾਹਰ ਬੈਠ ਗਏ। ਹੋਰ ਫਕੀਰ ਵੀ ਨਾਲ ਆਣ ਕੇ ਬੈਠ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਸਵੇਰ ਤੋਂ ਬੈਠਿਆਂ ਹੋਇਆਂ ਨੂੰ ਭੁੱਖ ਲੱਗ ਗਈ ਸ਼ਾਮ ਤੱਕ। ਤਾਂ ਸਤਿਗੁਰਾਂ ਨੇ ਕਿਹਾ ਕਿ ਹੇ ਸੰਤ ਜਨੋ, ਤੁਹਾਡਾ ਫਕੀਰਾਂ ਵਾਲਾ ਲਿਬਾਸ ਹੈ। ਜੇਕਰ ਇੱਥੇ ਬੈਠਿਆਂ ਨੂੰ ਕੋਈ ਰੋਟੀ ਨਹੀਂ ਦਿੰਦਾ ਤੇ ਖਾਣੇ ਦੀ ਲੋੜ ਹੈ ਤਾਂ ਮੰਗ ਕੇ ਖਾ ਲਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਹੇ ਫਕੀਰੋ, ਤੁਸੀਂ ਫਕੀਰਾਂ ਵਾਲਾ ਲਿਬਾਸ ਧਾਰਨ ਕੀਤਾ ਹੈ। ਜੇਕਰ ਬੈਠਿਆਂ ਨੂੰ ਕੋਈ ਰੋਟੀ ਨਹੀਂ ਦਿੰਦਾ ਤਾਂ ਮੰਗ ਕੇ ਖਾ ਲਵੋ। ਭਾਈ ਮਰਦਾਨਾ ਜੀ ਨੇ ਕਿਹਾ ਕਿ ਮਹਾਰਾਜ ਜੀ, ਮੈਂ ਵੀ ਰੋਟੀ ਖਾ ਆਵਾਂ, ਇਹ ਫਕੀਰ ਜਾਂਦੇ ਨਾ। ਤਾਂ ਸਤਿਗੁਰਾਂ ਨੇ ਆਗਿਆ ਦੇ ਦਿੱਤੀ ਭਾਈ ਮਰਦਾਨੇ ਨੂੰ ਕਿ ਤੂੰ ਵੀ ਰੋਟੀ ਮੰਗ ਕੇ ਖਾਇਆ, ਤੇ ਕਿਹਾ ਕਿ ਆਉਂਦੇ ਹੋਏ ਭਾਈ ਲਾਲੋ ਨੂੰ ਵੀ ਨਾਲ ਲੈ ਕੇ ਆਇਓ, ਕਿਉਂਕਿ ਭਾਈ ਲਾਲੋ ਜੀ ਐਮਨਾਬਾਦ ਦੇ ਵਿੱਚ ਰਹਿੰਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰੇਮੀ ਸਨ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਜਦੋਂ ਰੋਟੀ ਖਾਣ ਜਾਓਗੇ, ਆਉਂਦੇ ਹੋਏ ਭਾਈ ਲਾਲੋ ਜੀ ਨੂੰ ਨਾਲ ਲੈ ਕੇ ਆਉਣਾ ਹੈ। ਇਉਂ ਭਾਈ ਮਰਦਾਨਾ ਤੇ ਨਾਲ ਦੋਵੇਂ ਫਕੀਰ ਇੱਕ ਪਠਾਣਾ ਦੇ ਘਰ ਰੋਟੀ ਮੰਗਣ ਲਈ ਗਏ। ਉਹਨਾਂ ਪਠਾਣਾ ਦੇ ਘਰ ਵਿਆਹ ਰੱਖਿਆ ਹੋਇਆ ਸੀ। ਜਦੋਂ ਇਹਨਾਂ ਫਕੀਰਾਂ ਨੇ ਜਾ ਕੇ ਆਵਾਜ਼ ਦਿੱਤੀ ਤਾਂ ਇੱਕ ਸ਼ਰਾਬੀ ਨੇ ਆ ਕੇ ਗਾਲਾਂ ਕੱਢੀਆਂ ਫਕੀਰਾਂ ਨੂੰ, ਤੇ ਨਾਲ ਹੀ ਭਾਈ ਮਰਦਾਨਾ ਜੀ ਸੀ। ਭਾਈ ਮਰਦਾਨੇ ਨੂੰ ਧੱਕਾ ਮਾਰਿਆ ਉਸ ਸ਼ਰਾਬੀ ਨੇ, ਜੋ ਪਠਾਣਾ ਦੇ ਘਰੋਂ ਸ਼ਰਾਬੀ ਨਿਕਲਿਆ। ਗਾਲਾਂ ਵੀ ਕੱਢੀਆਂ ਤੇ ਭਾਈ ਮਰਦਾਨੇ ਨੂੰ ਧੱਕਾ ਮਾਰਿਆ। ਜਦ ਧੱਕਾ ਮਾਰਿਆ ਤਾਂ ਭਾਈ ਮਰਦਾਨੇ ਦੇ ਸੱਟ ਲੱਗ ਗਈ। ਦੂਸਰੇ ਫਕੀਰਾਂ ਨੂੰ ਵੀ ਧੱਕੇ ਮਾਰੇ ਤੇ ਦੁਰਵਚਨ ਬੋਲੇ। ਉਹ ਫਕੀਰ ਵੀ ਡਰ ਗਏ। ਫਿਰ ਭਾਈ ਮਰਦਾਨਾ ਭਾਈ ਲਾਲੋ ਨੂੰ ਬੁਲਾ ਕੇ ਵਾਪਸ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਗਏ। ਸਤਿਗੁਰਾਂ ਨੇ ਬਹੁਤ ਜਲਦੀ ਵਾਪਸ ਆਉਣ ਦਾ ਕਾਰਨ ਪੁੱਛਿਆ ਕਿ ਫਕੀਰੋ, ਤੁਸੀਂ ਬਹੁਤ ਛੇਤੀ ਜਲਦੀ ਕਿਉਂ ਵਾਪਸ ਆ ਗਏ?
ਤਾਂ ਉਹਨਾਂ ਫਕੀਰਾਂ ਨੇ ਭਾਈ ਮਰਦਾਨੇ ਦੇ ਲੱਗੀ ਹੋਈ ਚੋਟ ਵਿਖਾਈ ਕਿ ਮਹਾਰਾਜ, ਅਸੀਂ ਪਠਾਣਾ ਦੇ ਘਰ ਰੋਟੀ ਮੰਗਣ ਗਏ, ਉਹਨਾਂ ਦੇ ਵਿਆਹ ਸੀ, ਸ਼ਰਾਬੀ ਸੀਗੇ, ਸ਼ਰਾਬੀਆਂ ਨੇ ਧੱਕੇ ਮਾਰੇ, ਸੱਟਾਂ ਮਾਰੀਆਂ ਸਾਡੇ। ਤੇ ਉਹ ਭਾਈ ਮਰਦਾਨਾ ਤੇ ਫਕੀਰਾਂ ਨੇ ਨਰਾਦਰ ਦੀ ਗੱਲ ਦੱਸੀ ਕਿ ਸਾਡੀ ਬੜੀ ਨਰਾਦਰੀ ਕੀਤੀ, ਬੜਾ ਅਪਸ਼ਬਦ ਬੋਲੇ ਕਿ ਪ੍ਰਸ਼ਾਦਾ ਦੇਣਾ ਤਾਂ ਇੱਕ ਪਾਸੇ ਰਿਹਾ, ਉਹਨਾਂ ਨੇ ਬਿਨਾਂ ਗੱਲ ਤੋਂ ਹੀ ਸਾਡਾ ਨਰਾਦਰ ਕਰ ਦਿੱਤਾ। ਤੇ ਸਤਿਗੁਰਾਂ ਨੇ ਉਸ ਦੀ ਦੁਰਦਸ਼ਾ ਹੋਈ ਵੇਖ ਕੇ ਬਚਨ ਕੀਤੇ, ਕਹਿਣ ਲੱਗੇ, ਸੁਣ ਅਵਗਿਆ ਸੰਤਨ ਕੇਰੀ, ਰਿਸ ਉਪਜੀ ਮਨ ਮਾਹੇ ਕਨੇਰੀ, ਤੇਹ ਛਿਨ ਲਾਲੋ ਸਨਮੁਖ ਬੈਸਾ, ਤੇਹ ਸੋ ਕਹਿਓ ਸ਼ਬਦ ਮੁਖ ਐਸਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਬੋਲਣਾ ਕੀਤਾ। ਉਸ ਵੇਲੇ ਗੁਰੂ ਜੀ ਨੇ ਪਹਿਲਾਂ ਤਲੰਗ ਰਾਗ ਵਿੱਚ ਸ਼ਬਦ ਉਚਾਰਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬਿਲਾਲੋ। ਇਹ ਸ਼ਬਦ ਤਲੰਗ ਰਾਗ ਦੇ ਵਿੱਚ 722 ਅੰਗ ਤੇ ਉਚਾਰਨ ਕੀਤਾ ਹੈ। ਉਸ ਵੇਲੇ ਉੱਥੋਂ ਲਗਭਗ 50 ਕੋ ਉੱਪਰ ਬਾਬਰ ਬਾਦਸ਼ਾਹ ਸੀ। ਏਮਨਾਬਾਦ ਤੋਂ 50 ਕੋ ਤੇ ਬਾਬਰ ਬਾਦਸ਼ਾਹ ਸੀ। ਉਸ ਨੇ ਜਦੋਂ ਏਮਨਾਬਾਦ ਉੱਪਰ ਚੜ੍ਹਾਈ ਕੀਤੀ ਤਾਂ ਸਾਰੇ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਕੀਤਾ। ਗੁਰੂ ਜੀ ਉਸ ਵੇਲੇ ਅਰੋੜੀ ਸਾਹਿਬ ਵਾਲੇ ਅਸਥਾਨ ਤੇ ਬੈਠੇ ਸਨ। ਏਮਨਾਬਾਦ ਵਾਸੀਆਂ ਦੀ ਦੁਰਦਸ਼ਾ ਹੋਈ ਵੇਖ ਕੇ ਆਪ ਜੀ ਨੇ ਆਸਾ ਰਾਗ ਦੇ ਵਿੱਚ ਅਸ਼ਟਪਦੀ ਉਚਾਰਨ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਆਂ ਗਲ ਵਿੱਚ ਆਵੈ ਧੂੜ। ਜਿਸ ਵੇਲੇ ਇਹ ਸਾਰਾ ਸ਼ਹਿਰ ਤਬਾਹ ਹੋ ਗਿਆ ਤਾਂ ਉਦੋਂ ਦੂਸਰੀ ਅਸ਼ਟਪਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ, ਕਹਾਂ ਸੋ ਖੇਲਤ ਵੇਲਾ ਘੋੜੇ, ਕਹਾਂ ਭੇਰੀ ਸਹਿਨਾਈ, ਕਹਾਂ ਸੋ ਤੇਗ ਬੰਦ ਗਾਡੇ ਰੜ, ਕਹਾਂ ਸੋ ਲਾਲ ਕਵਾਈ। ਫਿਰ ਮੁਗਲਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੀ ਕੈਦ ਵਿੱਚ ਕਰ ਲਿਆ। ਜਦੋਂ ਆ ਕੇ ਚੜ੍ਹਾਈ ਕੀਤੀ, ਚੜ੍ਹਾਈ ਕਰਕੇ ਸਾਰੇ ਮੁਗਲਾਂ ਨੂੰ ਆਪਣੇ ਕੈਦ ਵਿੱਚ ਕਰ ਲਿਆ। ਗੁਰੂ ਸਾਹਿਬ ਜੀ ਨੂੰ ਵੀ ਫੜ ਲਿਆ। ਜਦੋਂ ਉੱਥੇ ਸ਼ਹਿਰ ਦੇ ਪਾਸੇ ਤੇ ਬੈਠੇ ਸਨ, ਫੜ ਲਿਆ ਤੇ ਫੜ ਕੇ ਸਿਰ ਉੱਪਰ ਬੋਝ ਚੁਕਾ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਇਹ ਬੋਝ ਚੱਕੋ, ਭਾਰ ਚੱਕੋ। ਸਾਰੇ ਮੁਗਲਾਂ ਨੂੰ ਵੀ ਚੁਕਾਇਆ ਹੋਇਆ ਸੀ, ਉਹਨਾਂ ਤੋਂ ਹੀ ਲੁੱਟਿਆ ਹੋਇਆ ਸਮਾਨ ਸੀ ਜੋ ਸਤਿਗੁਰਾਂ ਦੇ ਸੀਸ ਤੋਂ ਸਵਾ ਗਿੱਠ ਉੱਪਰ ਹੀ ਰਿਹਾ। ਬੋਝ ਚੁਕਾਇਆ ਸੀ, ਪੰਡ ਚੁਕਾਈ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੈਂ ਆਪੇ ਨਹੀਂ ਧਰਦਾ, ਤੁਸੀਂ ਮੇਰੇ ਸਿਰ ਦੇ ਉੱਪਰ ਰੱਖ ਦਿਓ। ਜਦੋਂ ਸਿਰ ਦੇ ਉੱਪਰ ਰੱਖਣ ਲੱਗੇ ਤਾਂ ਸਵਾ ਗਿੱਠ ਸਿਰ ਤੋਂ ਉੱਪਰ ਪੰਡ ਉੱਪਰ ਹੀ ਤੁਰੀ ਜਾਵੇ ਤਾਂ ਸਤਿਗੁਰਾਂ ਦੇ ਨਾਲ ਨਾਲ ਹੀ ਉਹ ਪੰਡ ਸਵਾ ਗਿੱਠ ਉੱਪਰ ਤੁਰੀ ਗਈ। ਭਾਈ ਮਰਦਾਨੇ ਨੂੰ ਬਹੁਤ ਅੜੀਅਲ ਘੋੜਾ ਫੜਾ ਦਿੱਤਾ ਮੁਗਲਾਂ ਨੇ, ਕਿਸੇ ਨੂੰ ਕੋਈ ਵਸਤੂ, ਕਿਸੇ ਨੂੰ ਕੋਈ ਵਸਤੂ। ਇਹ ਜਦੋਂ ਘੋੜਾ ਫੜਾ ਦਿੱਤਾ ਕਿ ਤੂੰ ਇਹ ਸਾਂਭ ਕੇ ਰੱਖਣਾ ਹੈ। ਭਾਈ ਮਰਦਾਨੇ ਨੇ ਕਿਹਾ ਕਿ ਮਹਾਰਾਜ, ਮੈਂ ਬੜਾ ਔਖਾ ਹਾਂ, ਮੈਨੂੰ ਇਹ ਘੋੜਾ ਬਹੁਤ ਤੰਗ ਕਰਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਮਰਦਾਨਿਆਂ ਘੋੜਾ ਛੱਡ ਦੇ। ਭਾਈ ਮਰਦਾਨਾ ਕਹਿੰਦਾ ਕਿ ਮਹਾਰਾਜ ਮੁਗਲ ਮਾਰਨਗੇ ਜੇ ਘੋੜਾ ਛੱਡ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਮਰਦਾਨਿਆਂ ਤੂੰ ਘੋੜਾ ਛੱਡ ਦੇ, ਕੋਈ ਕੁਝ ਨਹੀਂ ਕਹੇਗਾ। ਤੇ ਜਦ ਘੋੜਾ ਛੱਡਤਾ, ਘੋੜਾ ਵੀ ਭਾਈ ਮਰਦਾਨੇ ਜੀ ਦੇ ਮਗਰ ਤੁਰਿਆ ਜਾਵੇ। ਬੜੇ ਕੌਤਕ ਦੇਖੇ ਉਹਨਾਂ ਮੁਗਲਾਂ ਨੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਰਦਾਨੇ ਨੂੰ, ਮਰਦਾਨਿਆਂ ਰਬਾਬ ਵਜਾਉਣੀ ਸ਼ੁਰੂ ਕਰ, ਰਬਾਬ ਸੁਰ ਕਰ। ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਉਸ ਵੇਲੇ ਬਾਬਰ ਦੀ ਕੈਦ ਵੱਲ ਜਾਂਦੇ ਹੋਏ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਮਹਾਰਾਜ ਜੀ ਕਹਿਣ ਲੱਗੇ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਕਿ ਇਹ ਮਹਾਰਾਜ, ਖੁਰਾਸਾਨ ਇੱਕ ਦੇਸ਼ ਦੇ ਈਰਾਨ ਦੇ ਪੂਰਬ ਅਤੇ ਅਫਗਾਨਿਸਤਾਨ ਦੇ ਪੱਛਮ ਵੱਲ ਹੈ। ਜਿਹੜਾ ਇਹ ਖੁਰਾਸਾਨ ਇੱਕ ਦੇਸ਼ ਹੈ ਜੋ ਈਰਾਨ ਦੇ ਪੂਰਬ ਅਤੇ ਅਫਗਾਨਿਸਤਾਨ ਦੇ ਪੱਛਮ ਵੱਲ ਹੈ। ਭਾਰਤ ਦੇ ਲੋਕ ਸਿੰਧ ਤੋਂ ਪੱਛਮ ਵੱਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਆਖਦੇ ਹਨ। ਭਾਵ ਖੁਰਾਸਾਨੀਆਂ ਦਾ ਖਸਮਾਨਾ ਪੱਖ ਕੀਤਾ। ਖੁਰਾਸਾਨ ਖਸਮਾਨਾ ਕੀਆ ਕਿ ਖੁਰਾਸਾਨੀਆਂ ਦਾ ਪੱਖ ਕੀਤਾ। ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਹਿੰਦੂਆਂ ਦੇ ਰਹਿਣ ਵਾਲੇ ਅਸਥਾਨ ਤੇ ਲੋਧੀਆਂ ਨੂੰ ਡਰਾਉਣਾ ਕੀਤਾ। ਆਪੈ ਦੋਸ਼ ਨਾ ਦੇਈ ਕਰਤਾ। ਕਰਤਾ ਪਰਮੇਸ਼ਰ ਆਪਣੇ ਸਿਰ ਤੇ ਕੋਈ ਦੋਸ਼ ਕਲੰਕ ਨਹੀਂ ਦਿੰਦਾ, ਭਾਵ ਨਿਰਲੇਪ ਰਹਿੰਦਾ ਹੈ। ਜਮ ਕਰ ਮੁਗਲ ਚੜਾਇਆ ਕਿ ਇਹਨਾਂ ਪਠਾਣਾ ਲੋਧੀਆਂ ਦੇ ਤਾਈਂ ਮੁਗਲ ਬਾਬਰ ਨੂੰ ਜਮਦੂਤ ਕਰਕੇ ਚੜਾਉਣਾ ਕੀਤਾ। ਏਤੀ ਮਾਰ ਪਈ ਕਰਲਾਣੇ। ਹੇ ਪਰਮੇਸ਼ਰ, ਇਹਨਾਂ ਪਠਾਣੇ ਦੇ ਤਾਈਂ ਇਤਨੀ ਮਾਰ, ਇਤਨੀ ਪ੍ਰਹਾਰ ਅਘਾਤ ਪਈ ਹੈ, ਜਿਸ ਕਰਕੇ ਬੜੇ ਕਰਲਾਏ। ਇਤੀ ਮਾਰ ਪਈ ਕਰਲਾਣੇ ਕਿ ਇਹਨਾਂ ਪਠਾਣ ਦੇ ਤਾਈਂ ਇਤਨੀ ਮਾਰ ਪਈ ਕਿ ਜਿਸ ਕਰਕੇ ਇਹ ਪਠਾਨ ਬੜੇ ਕਰਲਾਏ ਬਿਰਲਾਪ ਕਰਦੇ ਹਨ। ਤੈਂ ਕੀ ਦਰਦ ਨਾ ਆਇਆ, ਪਰੰਤੂ ਹੇ ਪਰਮੇਸ਼ਰ, ਤੈਨੂੰ ਇਹਨਾਂ ਦੀ ਬਾਬਤ ਥੋੜਾ ਮਾਤਰ ਵੀ ਦਰਦ ਨਹੀਂ ਆਇਆ। ਕਰਤਾ ਤੂੰ ਸਭਨਾ ਕਾ ਸੋਈ। ਹੇ ਕਰਤਾ ਪਰਮੇਸ਼ਰ, ਤੂੰ ਸਾਰਿਆਂ ਦਾ ਸੋਈ ਉਹੀ ਮਾਲਕ ਹੈ, ਭਾਵ ਅਮੀਰਾਂ ਅਤੇ ਗਰੀਬਾਂ ਦਾ ਇੱਕ ਸਾਰ ਰਾਖਾ ਹੈ। ਕਿ ਮਹਾਰਾਜ ਜੀ ਉੱਤਰ ਦੇ ਵਿੱਚ ਸਮਝਾਉਂਦੇ ਹਨ, ਫਿਰ ਤੁਹਾਨੂੰ ਬਾਬਰ ਦੀ ਕੈਦ ਵਿੱਚ ਕਿਉਂ ਆਉਣਾ ਪਿਆ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਇਹ ਤੁਹਾਨੂੰ ਬਾਬਰ ਦੀ ਕੈਦ ਵਿੱਚ ਕਿਉਂ ਆਉਣਾ ਪਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਕਿ ਇਹ ਭਾਈ, ਜੇਕਰ ਸਕਤਾ ਬਲਵਾਨ ਜੋਰਾਵਰ ਪੁਰਸ਼ ਇੱਕ ਸਕਤੇ ਇੱਕ ਬਲਵਾਨ ਨੂੰ ਮਾਰਨਾ ਕਰੇ ਤਾਂ ਮਨ ਰੋਸ ਨਾ ਹੋਈ। ਤਾਦ ਚਿੱਤ ਵਿੱਚ ਕੋਈ ਗੁੱਸਾ ਨਹੀਂ ਆਉਂਦਾ ਕਿ ਤਕੜਾ ਤਕੜੇ ਨਾਲ ਲੜ ਪਿਆ, ਕੋਈ ਗੱਲ ਨਹੀਂ। ਪਰ ਸਕਤਾ ਸੀ ਹੋ ਮਾਰੈ ਪੈ ਬੱਗੈ, ਖਸਮੈ ਸਾਹ ਪੁਰਸਾਈ। ਜੇ ਸਕਤਾ ਜ਼ੋਰ ਵਾਲਾ ਸ਼ੇਰ ਗਊਆਂ ਦੇ ਬੱਗ ਉੱਪਰ ਪੈ ਕੇ ਉਹਨਾਂ ਨੂੰ ਮਾਰਨਾ ਕਰੇ ਤਾਂ ਖਸਮੈ ਸਾਹ ਪੁਰਸਾਈ, ਤਾਂ ਖਸਮੈ ਮਾਲਕ ਨੂੰ ਉਹਨਾਂ ਦੀ ਬਾਬਤ ਪੁਰਸਾਈ ਬਲਤਾਈ ਕਰਨੀ ਪੈਂਦੀ ਹੈ। ਸਕਤਾ ਸਿਹੋ ਮਾਰੇ ਪੈ ਬੱਗੈ, ਕਿ ਜੇਕਰ ਸਕਤਾ ਜ਼ੋਰ ਵਾਲਾ ਸ਼ੇਰ ਗਊਆਂ ਦੇ ਬੱਗ ਉੱਪਰ ਪੈ ਕੇ ਉਹਨਾਂ ਨੂੰ ਮਾਰਨਾ ਕਰੇ ਤਾਂ ਮਾਲਕ ਉਹ ਗਊਆਂ ਦੇ ਬੱਗ ਦਾ ਮਾਲਕ ਉਹਨਾਂ ਦੀ ਬਾਬਤ ਬਲਤਾਈ ਕਰਨੀ ਪੈਂਦੀ ਹੈ, ਜ਼ੋਰ ਦਿਖਾਉਣਾ ਪੈਂਦਾ ਹੈ ਕਿ ਗਊਆਂ ਬਚ ਜਾਣ। ਇਸੇ ਪ੍ਰਕਾਰ ਮੁਗਲਾਂ ਦੇ ਨਾਲ ਜਿਨ੍ਹਾਂ ਪਠਾਣਾ ਲੋਧੀਆਂ ਨੇ ਜੰਗ ਕੀਤਾ ਸੀ ਉਹ ਤਾਂ ਸਾਰੇ ਮਾਰੇ ਗਏ, ਪਰੰਤੂ ਜਿਹੜੇ ਬਾਲਕ ਬਿਰਧ ਤੇ ਔਰਤਾਂ ਸਨ ਉਹਨਾਂ ਨੂੰ ਬਿਨਾਂ ਵਜ੍ਹਾ ਹੀ ਬਾਬਰ ਨੇ ਆਪਣੀ ਕੈਦ ਵਿੱਚ ਰੱਖਿਆ ਹੈ। ਇਸ ਕਰਕੇ ਇਹਨਾਂ ਦੀ ਰੱਖਿਆ ਲਈ ਪ੍ਰਭੂ ਨੇ ਪੁਰਸਾਰਥ ਕਰਕੇ ਸਾਨੂੰ ਬਾਬਰ ਦੀ ਕੈਦ ਵਿੱਚ ਭੇਜਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਰਾਤਨ ਵਿਗਾੜ ਬਗੋਏ ਕੁੱਤੀ, ਮੋਇਆ ਸਾਰ ਨਾ ਕਾਈ। ਕਿ ਕੁੱਤਿਆਂ ਦੀ ਨਿਆਈ ਪਠਾਣਾ ਨੇ ਆਪਣੇ ਰਤਨ, ਆਪਣੇ ਮਾਣਕ ਵਰਗੇ ਅਮੋਲਕ ਜਨਮ ਨੂੰ ਵਿਸ਼ਿਆਂ ਵਿੱਚ ਵਿਗਾੜ ਕੇ ਖਰਾਬ ਕਰ ਲਿਆ ਹੈ। ਇਸ ਕਰਕੇ ਇਹਨਾਂ ਮਰੇ ਹੋਇਆਂ ਦੀ ਕੋਈ ਖਬਰ ਨਹੀਂ ਮਿਲਦੀ
ਕਿ ਕਿਤਨੇ ਕ ਮਰ ਗਏ ਹਨ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਹੇ ਪਰਮੇਸ਼ਰ, ਤੂੰ ਆਪ ਹੀ ਜਿੰਦਾਂ ਨੂੰ ਜੋੜਨ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਮਾਰ ਕੇ ਵਿਛੋੜਨ ਵਾਲਾ ਹੈ। ਅਸੀਂ ਤਾਂ ਤੁਹਾਡੀ ਵਡਿਆਈ, ਮਹਿਮਾ, ਉੱਚਤਾ ਹੀ ਵੇਖਦੇ ਹਾਂ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਜੇਕਰ ਕੋਈ ਹੰਕਾਰ ਦੇ ਸਹਿਤ ਆਪਣਾ ਨਾਮ ਵੱਡਾ ਧਰਾ ਲਵੇ ਅਤੇ ਮਨ ਭਾਉਂਦੇ ਸਵਾਦਾਂ ਨੂੰ ਭੋਗਣਾ ਕਰਦਾ ਹੋਵੇ, ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ। ਉਹ ਤਾਂ ਖਸਮੈ ਮਾਲਕ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਕੀੜਿਆਂ ਦੀ ਗਿਣਤੀ ਵਿੱਚ ਹੀ ਆਉਂਦਾ ਹੈ। ਜਿਤਨੇ ਵੀ ਪਦਾਰਥ ਰੂਪੀ ਦਾਣੇ ਚੁਗਦਾ, ਭਾਵ ਪਦਾਰਥਾਂ ਦੇ ਭੋਗਾਂ ਨੂੰ ਭੋਗਦਾ ਹੈ, ਉਹ ਸਭ ਪਰਮੇਸ਼ਰ ਦੀ ਨਿਗਾਹ ਵਿੱਚ ਹੀ ਹਨ। ਮਰ ਮਰ ਜੀਵੈ ਤਾਂ ਕਿਸ ਪਾਏ। ਜਿਹੜੇ ਪਰਮੇਸ਼ਰ ਵੱਲੋਂ ਮਰ ਮਰੇ ਹੋਏ, ਜੇਕਰ ਇਹ ਸੰਸਾਰ ਵੱਲੋਂ ਮਰ ਕੇ ਪਰਮੇਸ਼ਰ ਵੱਲ ਜਿਉਂਦੇ ਹੋ ਜਾਣ ਤਾਂ ਕਿਸ ਪਾਏ, ਤਦ ਹੀ ਕੁਝ ਪ੍ਰਾਪਤ ਕਰ ਸਕਦੇ ਹਨ। ਨਾਨਕ ਨਾਮ ਬਖਾਣੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਪਰਮੇਸ਼ਰ ਦੇ ਨਾਮ ਦਾ ਬਖਾਣੇ ਕਥਨ ਕਰੇ ਤਾਂ ਇਹਨਾਂ ਹਿੰਦੁਸਤਾਨੀਆਂ ਦੀ ਵੀ ਜਿੱਤ ਹੋ ਸਕਦੀ ਹੈ। ਰਾਗ ਆਸਾ ਮਹੱਲਾ ਦੂਜਾ, ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਦਰਸ਼ਨ ਪਾਵੈ ਬੜ ਭਾਗ। ਗੁਰ ਕੈ ਸ਼ਬਦ ਸਚੈ ਬੈਰਾਗ, ਖਟ ਦਰਸ਼ਨ ਵਰਤੈ ਵਰਤਾਰਾ। ਗੁਰ ਕਾ ਦਰਸ਼ਨ ਅਗਮ ਅਪਾਰਾ, ਗੁਰ ਕੈ ਦਰਸ਼ਨ ਮੁਕਤ ਗਤ ਹੋਏ। ਸਾਚਾ ਆਪ ਬਸੈ ਮਨ ਸੋਇ ਰਹਾਉ, ਗੁਰ ਦਰਸ਼ਨ ਉਧਰੈ ਸੰਸਾਰਾ। ਜੇ ਕੋ ਲਾਏ ਭਾਉ ਪਿਆਰਾ, ਭਾਉ ਪਿਆਰਾ ਲਾਏ ਬਿਰਲਾ ਕੋਏ। ਗੁਰ ਕੈ ਦਰਸ਼ਨ ਸਦਾ ਸੁਖ ਹੋਏ, ਗੁਰ ਕੈ ਦਰਸ਼ਨ ਮੋਖ ਦੁਆਰ। ਸਤਿਗੁਰ ਸੇਵੈ ਪਰਵਾਰ ਸਾਧਾਰ, ਨਿਗੁਰੇ ਕੋ ਗਤ ਕਾਈ ਨਾਹੀ। ਅਵਗੁਣ ਮੁੱਠੇ ਚੋਟਾਂ ਖਾਹੀ, ਗੁਰ ਕੈ ਸ਼ਬਦ ਸੁਖ ਸਾਤ ਸਰੀਰ। ਗੁਰਮੁਖ ਤਾਂ ਕੋ ਲੱਗੈ ਨਾ ਪੀਰ, ਜਮ ਕਾਲ ਤਿਸ ਨੇੜ ਨਾ ਆਵੈ। ਨਾਨਕ ਗੁਰਮੁਖ ਸਾਚ ਸਮਾਵੈ। ਰਾਗ ਆਸਾ, ਘਰ ਦੂਜਾ, ਮਹੱਲਾ ਤੀਜਾ। ਪਿੱਛੇ ਬਾਣੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੀ। ਇੱਥੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ। ਜਿੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਚਾਰੀ ਹੈ, ਉੱਥੇ ਉਹਨਾਂ ਦੀ ਉਥਾਨਕਾ ਆਈ ਹੈ। ਇੱਥੇ ਤੀਸਰੇ ਪਾਤਸ਼ਾਹ ਨੇ ਜਿੱਥੇ ਬਾਣੀ ਉਚਾਰੀ ਹੈ, ਇਹਨਾਂ ਦੀ ਵੀ ਉਥਾਨਕਾ ਹੈ ਕਿ ਜਿਸ ਵੇਲੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਜੀਵਾਂ ਦੀ 84 ਕੱਟਣ ਵਾਸਤੇ ਬੋਹੜੀ ਸਾਹਿਬ ਦੀ ਰਚਨਾ ਕੀਤੀ ਤੇ ਮਰਜ਼ਾਦਾ ਦੱਸੀ ਕਿ ਜਿਹੜਾ ਵੀ ਇਹਨਾਂ 84 ਪੌੜੀਆਂ ਤੇ 84 ਵਾਰ ਇਸ਼ਨਾਨ ਕਰਦਾ ਹੋਇਆ ਨਾਲ ਨਾਲ 84 ਪਾਠ ਜਪਜੀ ਸਾਹਿਬ ਜੀ ਦੇ ਕਰੇਗਾ, ਉਹ 84 ਲੱਖ ਜੂਨੀਆਂ ਵਿੱਚ ਨਹੀਂ ਪਵੇਗਾ। ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਜੀਵਾਂ ਦੀ 84 ਕੱਟਣ ਵਾਸਤੇ ਬੋਹੜੀ ਸਾਹਿਬ ਦੀ ਰਚਨਾ ਕੀਤੀ ਅਤੇ ਮਰਜ਼ਾਦਾ ਦੱਸੀ ਬੋਹੜੀ ਸਾਹਿਬ ਦੀ ਕਿ ਜਿਹੜਾ ਵੀ ਇਹਨਾਂ ਪੌੜੀਆਂ ਤੇ 84 ਵਾਰ ਇਸ਼ਨਾਨ ਕਰਦਾ ਹੋਇਆ ਨਾਲ ਨਾਲ 84 ਪਾਠ ਜਪਜੀ ਸਾਹਿਬ ਦੇ ਕਰੇਗਾ। ਬੋਹੜੀ ਸਾਹਿਬ ਦੇ 84 ਪੌੜੀਆਂ ਹਨ ਕਿ ਜਿਹੜਾ 84 ਵਾਰ ਇਸ਼ਨਾਨ ਕਰੇਗਾ, 84 ਪੌੜੀਆਂ ਤੇ ਖੜ੍ਹ ਕੇ ਤੇ 84 ਵਾਰ ਜਪਜੀ ਸਾਹਿਬ ਦਾ ਪਾਠ ਕਰੇਗਾ, ਉਹ 84 ਲੱਖ ਜੂਨਾਂ ਵਿੱਚ ਨਹੀਂ ਪਵੇਗਾ। ਉਸ ਸਮੇਂ ਸਤਿਗੁਰਾਂ ਦੀ ਬੰਸ ਵਿੱਚੋਂ
ਗੁਰੂ ਜੀ ਦਾ ਇੱਕ ਪੁਰਾਣਾ ਮਲਾਪੀ ਆਇਆ ਜੋ ਖੱਟ ਦਰਸ਼ਨਾਂ ਉੱਪਰ ਸਰਧਾ ਰੱਖਦਾ ਸੀ। ਖੱਟ ਦਰਸ਼ਨ 6 ਭੇਖਾਂ ਵਿੱਚ ਸਰਧਾ ਰੱਖਦਾ ਸੀ। ਉਸਨੇ ਸਤਿਗੁਰਾਂ ਨੂੰ ਕਿਹਾ ਕਿ ਮੈਂ ਗੰਗਾ ਉੱਪਰ ਇਸ਼ਨਾਨ ਕਰਨ ਚੱਲਿਆ ਹਾਂ ਮਹਾਰਾਜ, ਉੱਥੇ ਖੱਟ ਦਰਸ਼ਨਾਂ ਦੇ ਵੀ ਦੀਦਾਰ ਹੋਣਗੇ ਕਿ 6 ਭੇਖੀਆਂ ਦੇ ਜੋਗੀ ਆਉਣਗੇ, ਉਹਨਾਂ ਦੇ ਦਰਸ਼ਨ ਹੋਣਗੇ। ਸਤਿਗੁਰਾਂ ਨੇ ਕਿਹਾ ਕਿ ਉੱਥੇ ਜਾਣ ਦੀ ਲੋੜ ਨਹੀਂ, ਤੂੰ ਇੱਥੇ ਬੌਲੀ ਸਾਹਿਬ ਵਿੱਚ ਇਸ਼ਨਾਨ ਕਰ ਲੈ। ਪਰੰਤੂ ਉਸਨੇ ਸਤਿਗੁਰਾਂ ਦਾ ਬਚਨ ਨਾ ਮੰਨਿਆ ਤੇ ਕਿਹਾ ਕਿ ਗੁਰੂ ਜੀ ਇੱਕ ਵਾਰ ਜ਼ਰੂਰ ਗੰਗਾ 'ਤੇ ਜਾ ਆਉਣ ਦਿਓ, ਇਸ਼ਨਾਨ ਕਰ ਆਉਣ ਦਿਓ, ਤਾਂ ਫਿਰ ਆਪ ਦਾ ਬਚਨ ਜ਼ਰੂਰ ਮੰਨਾਂਗਾ। ਉਸ ਤੋਂ ਬਾਅਦ ਮੈਂ ਗੰਗਾ 'ਤੇ ਇਸ਼ਨਾਨ ਕਰ ਨਹੀਂ ਜਾਵਾਂਗਾ, ਇੱਕ ਵਾਰ ਮੈਨੂੰ ਜ਼ਰੂਰ ਜਾ ਆਉਣ ਦਿਓ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਚੰਗਾ, ਫਿਰ ਗੰਗਾ 'ਤੇ ਜਾਣਾ ਹੈ, ਸਾਡਾ ਗੜਬਾ ਗੰਗਾ ਜਲ ਨਾਲ ਭਰ ਲਿਆਈ। ਇਹ ਹੁਕਮ ਮੰਨ ਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਲਾਪੀ ਆਪਣੇ ਸਾਥੀਆਂ ਨਾਲ ਗੰਗਾ ਇਸ਼ਨਾਨ ਕਰਨ ਲਈ ਚੱਲ ਪਿਆ। ਉੱਥੇ ਪਹੁੰਚ ਕੇ ਯਾਤਰਾ ਕੀਤੀ, ਇਸ਼ਨਾਨ ਕਰਕੇ ਜਦੋਂ ਵਾਪਸ ਮੁੜਨ ਲੱਗਿਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜਾ ਸੁਨੇਹਾ ਸੀ ਗੜਬਾ ਭਰਨ ਵਾਲਾ, ਉਹ ਚੇਤੇ ਆਇਆ ਕਿ ਗੰਗਾ ਦਾ ਜਲ ਗੜਬੇ ਵਿੱਚ ਭਰ ਕੇ ਲਿਜਾਣਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਹੈ। ਉਧਰੋਂ ਇਸ ਦਾ ਜਿਹੜਾ ਸੰਗ ਸੀ, ਸਾਥ ਸੀ, ਉਹ ਤੁਰ ਪਿਆ। ਤਾਂ ਇਸ ਨੇ ਕਾਹਲੀ ਨਾਲ ਗੜਬੇ ਵਿੱਚ ਜਲ ਭਰਿਆ ਤਾਂ ਗੜਬਾ ਇਸ ਦੇ ਹੱਥੋਂ ਛੁੱਟ ਗਿਆ ਤੇ ਗੰਗਾ ਵਿੱਚ ਹੀ ਡਿੱਗ ਪਿਆ ਤੇ ਗੜਬੇ ਨੂੰ ਪਕੜ ਨਾ ਸਕਿਆ ਤੇ ਖਾਲੀ ਹੱਥ ਵਾਪਸ ਆ ਗਿਆ ਅਤੇ ਗੁਰੂ ਜੀ ਨੂੰ ਆ ਕੇ ਕਹਿੰਦਾ ਕਿ ਮਹਾਰਾਜ, ਮੈਂ ਆਪ ਜੀ ਦੀ ਸੇਵਾ ਨਾ ਕਰ ਸਕਿਆ, ਤੁਹਾਡਾ ਦਿੱਤਾ ਹੋਇਆ ਗੜਬਾ ਮੇਰੇ ਕੋਲੋਂ ਗੰਗਾ ਦੀਆਂ ਲਹਿਰਾਂ ਚੱਲਦੀਆਂ ਸਨ ਤੇਜ਼, ਉਹਨਾਂ ਵਿੱਚ ਡਿੱਗ ਪਿਆ ਤੇ ਮੈਂ ਗੰਗਾ ਜਲ ਨਾ ਲਿਆ ਸਕਿਆ। ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਤੂੰ ਸ਼ੰਕਾ ਕਿਉਂ ਕਰਦਾ ਹੈ, ਅਸਾਂ ਨੇ ਸਾਰੇ ਤੀਰਥ ਹੀ ਬੌਲੀ ਸਾਹਿਬ ਵਿੱਚ ਲਿਆ ਕੇ ਮਿਲਾਏ ਹਨ, ਚੱਲ ਜਾ ਕੇ ਇਸ਼ਨਾਨ ਕਰਕੇ ਆ। ਜਦੋਂ ਬਚਨ ਮੰਨ ਕੇ ਅੰਦਰ ਇਸ਼ਨਾਨ ਕਰਨ ਲਈ ਗਿਆ ਬੌਲੀ ਸਾਹਿਬ ਦੇ, ਤਾਂ ਜਿਹੜਾ ਗੜਬਾ ਇਸ ਕੋਲੋਂ ਹਰਿਦੁਆਰ ਵਿਖੇ ਗੰਗਾ ਦੀਆਂ ਲਹਿਰਾਂ ਵਿੱਚ ਰੁੜ ਗਿਆ ਸੀ, ਉਹੀ ਗੜਬਾ ਬੌਲੀ ਸਾਹਿਬ ਵਿੱਚ ਵੇਖ ਕੇ ਹੈਰਾਨ ਹੋ ਗਿਆ ਤੇ ਵਾਪਸ ਆ ਕੇ ਸਤਿਗੁਰਾਂ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਖੱਟ ਦਰਸ਼ਨਾਂ ਦਾ ਪੁਜਾਰੀ ਹਾਂ, 6 ਭੇਖਾਂ ਦੇ ਜੋਗੀਆਂ ਦਾ ਪੁਜਾਰੀ ਹਾਂ, ਤੁਸੀਂ ਹੀ ਦੱਸੋ ਕਿ ਇਹਨਾਂ 6 ਦਰਸ਼ਨਾਂ ਵਿੱਚੋਂ ਕਿਹੜਾ ਦਰਸ਼ਨ ਚੰਗਾ ਹੈ ਜਿਸ ਦਾ ਮੈਂ ਪੁਜਾਰੀ ਬਣਾ। ਤਾਂ ਉਸ ਦੇ ਪ੍ਰਥਾਏ ਆਸਾ ਰਾਗ ਦੇ ਦੂਸਰੇ ਸੁਰਤਾਲ ਵਿੱਚ ਤੀਸਰੇ ਪਾਤਸ਼ਾਹ ਜੀ ਪਾਵਨ ਸ਼ਬਦ ਉਚਾਰਨ ਕਰਦੇ ਹੋਏ ਮੰਗਲਾਚਰਨ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਉਸ ਪਰਮੇਸ਼ਰ ਦੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਹਰ ਦਰਸ਼ਨ ਪਾਵੈ ਬੜ ਭਾਗ, ਗੁਰ ਕੈ ਸ਼ਬਦ ਸੱਚੈ ਬੈਰਾਗ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਖੱਟ ਦਰਸ਼ਨਾਂ ਵਿੱਚ ਸਭ ਤੋਂ ਉੱਤਮ ਜੋ ਪਰਮੇਸ਼ਰ ਦਾ ਦਰਸ਼ਨ ਦੀਦਾਰ ਕਰਨਾ ਹੈ, ਪਰਮੇਸ਼ਰ ਦਾ ਬਣ ਕੇ ਰਹਿਣਾ ਰੂਪ, ਪਰਮੇਸ਼ਰ ਦਾ ਦਰਸ਼ਨ ਕਰਨਾ ਹੈ, ਪਰਮੇਸ਼ਰ ਦਾ ਬਣ ਕੇ ਰਹਿਣਾ ਹੈ, ਜਿਹੜਾ ਪਰਮੇਸ਼ਰ ਦਾ ਦਰਸ਼ਨ ਕਰਨਾ ਹੈ, ਇਹ ਵਡਭਾਗ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਕਰੀਦਾ ਹੈ। ਗੁਰ ਕੈ ਸ਼ਬਦ ਸੱਚੈ ਬੈਰਾਗ, ਜਿਹੜੇ ਗੁਰ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਸੱਚੇ ਬੈਰਾਗੀ ਹਨ। ਗੁਰੂ ਸਾਹਿਬ ਜੀ ਦੇ ਸ਼ਬਦ ਕਰਕੇ ਸੱਚੇ ਦੀ ਪ੍ਰਾਪਤੀ ਦਾ ਬੈਰਾਗ ਹੁੰਦਾ ਹੈ, ਭਾਵ ਸੰਸਾਰ ਵੱਲੋਂ ਉਪਰਾਮਤਾ ਹੁੰਦੀ ਹੈ ਤੇ ਪਰਮੇਸ਼ਰ ਵੱਲ ਪਿਆਰ ਉਤਪੰਨ ਹੁੰਦਾ ਹੈ, ਪਿਆਰ ਪੈਦਾ ਹੁੰਦਾ ਹੈ।
ਖਟ ਦਰਸ਼ਨ ਵਰਤੈ ਸੰਸਾਰਾ, ਗੁਰ ਕਾ ਦਰਸ਼ਨ ਅਗਮ ਅਪਾਰਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਖਟ ਹੁੰਦਾ 6 ਕਿ 6 ਦਰਸ਼ਨ, ਭਾਵ 6 ਭੇਖਾਂ ਵਾਲੇ ਜੋਗੀ, ਜੰਗਮ ਸਰੇਵੜੇ ਸੰਨਿਆਸੀ, ਬ੍ਰਹਮਚਾਰੀ ਅਤੇ ਦਰਵੇਸ਼। ਇਹ 6 ਸ਼ਾਸਤਰ ਸਾਖ ਨਿਆਏ ਵਿਵੇਸ਼ ਵਿਸ਼ੇਸ਼ਕ, ਪੁਰਬ ਮੀਮਾਂਸਾ, ਪਤੰਜਲ ਅਤੇ ਵੇਦਾਂਤ ਕੇ ਖਟ ਦਰਸ਼ਨ, 5 ਗਿਆਨ ਇੰਦਰੀਆਂ ਤੇ 6ਵਾਂ ਮਨ, ਇਹਨਾਂ ਦਰਸ਼ਨਾਂ ਦੇ ਭੇਖਾਂ ਵਿੱਚ ਹੀ ਸਾਰੇ ਸੰਸਾਰ ਦਾ ਵਰਤਾਰਾ ਵਰਤ ਰਿਹਾ ਹੈ। ਪਰੰਤੂ ਗੁਰ ਕਾ ਦਰਸ਼ਨ ਅਗਮ ਅਪਾਰਾ, ਪਰੰਤੂ ਸਤਿਗੁਰਾਂ ਜੀ ਦਾ ਹੀ ਦਰਸ਼ਨ ਦੀਦਾਰ ਉਹ ਹੰਗਤਾ ਤੋਂ ਰਹਿਤ ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਹੈ। ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਕਿ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਨਾਲ 4 ਪ੍ਰਕਾਰ ਦੀਆਂ ਵੈਕੁੰਠ ਦੀਆਂ ਮੁਕਤੀਆਂ ਅਤੇ ਕੈਵਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸਾਚਾ ਆਪ ਵਸੈ ਮਨ ਸੋਏ, ਜਿਹੜੇ ਪ੍ਰੇਮ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ, ਉਹਨਾਂ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਆਪ ਹੀ ਆਣ ਕੇ ਬਸ ਜਾਂਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਗੁਰ ਦਰਸ਼ਨ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ। ਮਹਾਰਾਜ ਜੀ ਕਹਿਣ ਲੱਗੇ, ਉਹ ਸਤਿਗੁਰਾਂ ਜੀ ਦੇ ਦਰਸ਼ਨ ਦੀਦਾਰ ਕਰਕੇ ਸੰਸਾਰ ਤੋਂ, ਜਗਤ ਤੋਂ ਉਧਰ ਜਾਂਦਾ ਹੈ, ਭਾਵ ਤਰ ਜਾਂਦਾ ਹੈ। ਜਿਹੜਾ ਕੋਈ ਪਿਆਰਾ ਪ੍ਰੇਮੀ ਸਤਿਗੁਰਾਂ ਦੇ ਦਰਸ਼ਨਾਂ ਵਿੱਚ ਪ੍ਰੇਮ ਲਾਉਂਦਾ ਹੈ, ਜੇ ਕੋ ਲਾਏ ਭਾਉ ਪਿਆਰਾ, ਕਿ ਜੇਕਰ ਕੋਈ ਸਤਿਗੁਰਾਂ ਨਾਲ ਮਿਲ ਕੇ ਪਿਆਰੇ ਅਕਾਲ ਪੁਰਖ ਦਾ ਪ੍ਰੇਮ ਲਾ ਲਵੇ, ਤਾਂ ਉਹ ਆਪਣੇ ਸੰਗੀਆਂ ਸਮੇਤ ਸੰਸਾਰ ਸਮੁੰਦਰ ਤੋਂ ਉਧਰ ਜਾਂਦਾ ਹੈ, ਤਰ ਜਾਂਦਾ ਹੈ। ਭਾਉ ਪਿਆਰਾ ਲਾਏ ਬਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਕੋਈ ਬਿਰਲਾ ਟਾਵਾਂ ਹੀ ਪਿਆਰਾ ਪ੍ਰੇਮੀ ਬਣ ਕੇ ਮਨ ਬਾਣੀ ਸਰੀਰ ਦੁਆਰਾ ਸਤਿਗੁਰਾਂ ਵਿੱਚ ਪ੍ਰੇਮ ਨੂੰ ਲਾਉਂਦਾ ਹੈ। ਭਾਉ ਪਿਆਰਾ ਲਾਏ ਬਿਰਲਾ ਕੋਏ, ਕਿ ਕੋਈ ਬਿਰਲਾ ਟਾਵਾਂ ਹੀ ਪ੍ਰੇਮੀ ਬਣ ਕੇ ਮਨ ਬਾਣੀ ਸਰੀਰ ਦੁਆਰਾ ਸਤਿਗੁਰਾਂ ਵਿੱਚ ਪ੍ਰੇਮ ਨੂੰ ਲਾਉਂਦਾ ਹੈ। ਗੁਰ ਕੈ ਦਰਸ਼ਨ ਸਦਾ ਸੁਖ ਹੋਏ, ਕਿ ਜਿਹੜਾ ਪ੍ਰੇਮ ਲਾਉਂਦਾ ਹੈ ਉਸ ਨੂੰ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਨਾਲ ਹਮੇਸ਼ਾ ਰਹਿਣ ਵਾਲਾ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਵਾਰ ਸਾਧਾਰ। ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਨਾਲ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੁੰਦਾ ਹੈ। ਗੁਰ ਕੈ ਦਰਸ਼ਨ ਮੋਖ ਦੁਆਰ, ਇੰਦਰੀਆਂ ਰੂਪੀ ਦੁਆਰਿਆਂ ਤੋਂ ਮੁਕਤ ਹੋ ਜਾਈਦਾ ਹੈ। ਸਤਿਗੁਰ ਸੇਵੈ ਪਰਵਾਰ ਸੁਧਾਰ, ਕਿ ਸਤਿਗੁਰ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਨ ਨਾਲ, ਸੇਵਾ ਸਿਮਰਨ ਕਰਨ ਨਾਲ ਆਪਣਾ ਪਰਿਵਾਰ, ਇਸਤਰੀ ਪੁੱਤਰ ਮਾਤਾ ਪਿਤਾ ਆਦਿਕ ਨੂੰ ਸੁਧਾਰ ਲੈਂਦਾ ਹੈ, ਭਾਵ ਸਤ ਸੰਗੀ ਬਣਾ ਲੈਂਦਾ ਹੈ। ਸਤਿਗੁਰ ਸੇਵੈ ਪਰਿਵਾਰ ਸੁਧਾਰ, ਜੋ ਸਤਿਗੁਰਾਂ ਦਾ ਸੇਵਨ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਆਪਣੇ ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਸਹਿਤ ਆਸਰੇ ਦੇ ਕਰ ਲੈਂਦਾ ਹੈ। ਭਾਵ ਅੱਖਾਂ ਨਾਲ ਬੇਗਾਨਾ ਰੂਪ ਨਹੀਂ ਤੱਕਦਾ, ਕੰਨਾਂ ਨਾਲ ਨਿੰਦਿਆ ਆਦਿਕ ਨਹੀਂ ਸੁਣਦਾ, ਜ਼ੁਬਾਨ ਨਾਲ ਝੂਠ ਨਹੀਂ ਬੋਲਦਾ। ਇਉਂ ਆਪਣੇ ਪਰਿਵਾਰ ਨੂੰ, ਇੰਦਰੀਆਂ ਨੂੰ ਸੁਧਾਰ ਲੈਂਦਾ ਹੈ। ਜੋ ਸਤਿਗੁਰਾਂ ਦੀ ਸੇਵਾ ਕਰਨ ਰੂਪੀ ਸਹਿਤ ਆਸਰੇ ਦੇ ਹੋ ਜਾਂਦਾ ਹੈ, ਉਹ ਪਰਿਵਾਰ ਹੈ ਕਿ ਬਾੜ, ਭਾਵ ਸੰਸਾਰ ਰੂਪੀ ਬਾੜ ਤੋਂ ਪਰੇ ਮੁਕਤ ਹੋ ਜਾਂਦਾ ਹੈ। ਨਗੁਰੇ ਕੋ ਗਤ ਕਾਈ ਨਾਹੀ, ਜਿਹੜੇ ਨਗੁਰੇ ਗੁਰੂ ਤੋਂ ਰਹਿਤ ਬੇਮੁਖ ਪੁਰਸ਼ ਹਨ,
ਗਤ ਕਾਈ ਨਾਹੀ, ਉਹਨਾਂ ਨੂੰ ਕਾਈ ਕੋਈ ਵੀ ਮੁਕਤੀ ਨਹੀਂ ਮਿਲਦੀ। ਸਤਿਗੁਰ ਵਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਮਹਾਰਾਜ ਜੀ ਇੱਥੇ ਕਹਿ ਰਹੇ ਹਨ ਨਿਗੁਰੇ ਕੋ ਗਤ ਕਾਈ ਨਾਹੀ, ਜਿਹੜੇ ਨਿਗੁਰੇ ਗੁਰੂ ਤੋਂ ਰਹਿਤ ਬੇਮੁਖ ਪੁਰਸ਼ ਹਨ ਉਹਨਾਂ ਨੂੰ ਕੋਈ ਵੀ ਮੁਕਤੀ ਨਹੀਂ ਮਿਲਦੀ। ਅਵਗੁਣ ਮੁੱਠੇ ਚੋਟਾਂ ਖਾਹੀ, ਉਹ ਅਵਗੁਣ ਗੁਨਾਹਾਂ ਕਰਕੇ ਲੁੱਟੇ ਹੋਏ ਇੱਥੇ ਦੁਨੀਆ ਦੀਆਂ ਤਰਕਾਂ ਰੂਪ ਦੇ ਅੱਗੇ ਪਰਲੋਕ ਵਿੱਚ ਜਮਾ ਦੀਆਂ ਚੋਟਾਂ ਸੱਟਾਂ ਖਾਂਦੇ ਹਨ। ਜਿਹੜੇ ਨਿਗੁਰੇ ਹਨ ਗੁਰੂ ਤੋਂ ਬੇਮੁਖ ਹਨ ਉਹਨਾਂ ਨੂੰ ਕਾਈ ਕੋਈ ਮੁਕਤੀ ਨਹੀਂ ਮਿਲਣੀ। ਉਹ ਅਵਗੁਣ ਗੁਨਾਹਾਂ ਕਰਕੇ ਲੁੱਟੇ ਗਏ ਇੱਥੇ ਦੁਨੀਆ ਦੀਆਂ ਤਰਕਾਂ ਰੂਪ ਤੇ ਅੱਗੇ ਪਰਲੋਕ ਵਿੱਚ ਜਮਾ ਦੀਆਂ ਸੱਟਾਂ ਖਾਂਦੇ ਹਨ। ਗੁਰ ਕੈ ਸ਼ਬਦ ਸੁਖ ਸਾਤ ਸਰੀਰ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਰੀਰ ਵਿੱਚ ਆਨੰਦ, ਇਸ ਦੇਹੀ ਵਿੱਚ ਆਨੰਦ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੈ ਸ਼ਬਦ ਸੁਖ ਸਾਤ ਸਰੀਰ, ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ, ਜੋ ਬਾਣੀ ਦੱਸਦੀ ਹੈ ਉਸ ਦੀ ਕਮਾਈ ਕਰਕੇ ਸਰੀਰ ਵਿੱਚ, ਇਸ ਦੇਹੀ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਗੁਰਮੁਖ ਤਾਂ ਕੋ ਲੱਗੈ ਨਾ ਭੀਰ, ਜਿਹੜੇ ਗੁਰਮੁਖ ਧਾਈ ਧਾਰਨ ਕਰਨ ਵਾਲੇ ਪ੍ਰੇਮੀ ਹਨ, ਗੁਰੂ ਵੱਲ ਮੁੱਖ ਰੱਖਦੇ ਹਨ, ਉਹਨਾਂ ਨੂੰ ਜੰਮਣ ਮਰਨ ਰੂਪੀ ਪੀਰ ਪੀੜਾ ਨਹੀਂ ਲੱਗਦੀ। ਜਿਹੜੇ ਗੁਰਮੁਖ ਧਾਈ ਧਾਰਨ ਕਰਨ ਵਾਲੇ ਹਨ ਤੇ ਪ੍ਰੇਮੀ ਹਨ ਗੁਰੂ ਦੇ, ਉਹਨਾਂ ਨੂੰ ਜੰਮਣ ਮਰਨ ਰੂਪੀ ਪੀੜਾ ਨਹੀਂ ਲੱਗਦੀ। ਜਮਕਾਲ ਤਿਸ ਨੇੜ ਨਾ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਮਹਾਰਾਜ ਜੀ ਕਹਿਣ ਲੱਗੇ ਜਮਕਾਲ ਤਿਸ ਨੇੜ ਨਾ ਆਵੈ, ਤਿਸ ਤਿੰਨਾਂ ਗੁਰਮੁਖ ਜਨਾਂ ਦੇ ਨੇੜ ਨਜ਼ਦੀਕ ਸਾਰਿਆਂ ਦਾ ਜਮਕਾਲ, ਕਾਲ ਕਰਨ ਵਾਲਾ ਜਮ ਵੀ ਨੇੜੇ ਨਹੀਂ ਆਉਂਦਾ। ਜਿਹੜਾ ਗੁਰਮੁਖ ਜਨ ਹੈ ਕਿ ਉਹਨਾਂ ਦੇ ਨਜ਼ਦੀਕ ਜਮਕਾਲ ਵੀ ਨੇੜੇ ਨਹੀਂ ਆਉਂਦਾ। ਨਾਨਕ ਗੁਰਮੁਖ ਸਾਚ ਸਮਾਵੈ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਗੁਰਮੁਖ ਗੁਰੂ ਵੱਲ ਮੁੱਖ ਰੱਖਣ ਵਾਲੇ ਜਨ ਸੱਚੇ ਪਰਮੇਸ਼ਰ ਦੇ ਸਰੂਪ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ। ਤੇ ਜਿਹੜੇ ਗੁਰੂ ਵੱਲ ਮੁੱਖ ਰੱਖਣ ਵਾਲੇ ਹਨ, ਗੁਰੂ ਦੇ ਦੱਸੇ ਉਪਦੇਸ਼ ਤੇ ਨਾਮ ਜਪਦੇ ਹਨ ਤੇ ਨਾਮ ਜਪ ਕੇ ਸੱਚੇ ਪਰਮੇਸ਼ਰ ਦੇ ਸਰੂਪ ਵਿੱਚ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ, ਇਕਮਿਕ ਹੋ ਜਾਂਦੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀ